ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਸੋ ਹੈ ਵੇਸ ਕਾਮਣ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਸੋ ਹੈ ਵੇਸ ਕਾਮਣ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ, ਮਨ ਮੁਖ ਕਰਮ ਖੁਆਰ। ਜਿਸ ਪੂਰਬ ਹੋਵੇ ਲਿਖਿਆ, ਤਿਸ ਸਤਿਗੁਰ ਮਿਲੈ ਪਤਾਰ। ਸੂਹਾ ਵੇਸ ਸਭ ਉਤਾਰ ਧਰੇ, ਗਲ ਪਹਿਰੈ ਖਿਮਾ ਸ਼ਿੰਗਾਰ। ਪਈਐ ਸਾਹੁਰੈ ਬਹੁ ਸ਼ੋਭਾ ਪਾਏ, ਤਿਸ ਪੂਜ ਕਰੇ ਸਭ ਸੰਸਾਰ। ਉਹ ਰਲਾਈ ਕਿਸੈ ਦੀ ਨਾ ਰਲੈ, ਜਿਸ ਰਾਵੇ ਸਿਰਜਨਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸ਼ੀ ਪੁਰਖ ਪਤਹਾਰ। ਮਹਲਾ ਪਹਿਲਾ। ਸੂਹਾ ਰੰਗ ਸੁਪਨੈ ਨਿਸੀ, ਬਿਨ ਧਾਗੇ ਗਲਹਾਰ। ਸੱਚਾ ਰੰਗ ਮਜੀਠ ਕਾ, ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ, ਸਭ ਬੁਰਿਆਈਆਂ ਛਾਰ। ਪੌੜੀ। ਇਹ ਜਗ ਆਪ ਉਪਾਇਓਨ, ਕਰ ਚੋਜ ਵਿਡਾਨ। ਪੰਚ ਧਾਤ ਵਿੱਚ ਪਾਈਐਨ, ਮੋਹ ਝੂਠ ਗੁਮਾਨ। ਆਵੈ ਜਾਏ ਪਵਹਾਈਐ, ਮਨ ਮੁਖ ਅਗਿਆਨ। ਇਕ ਨਾ ਆਪ ਬੁਝਾਇਓਨ, ਗੁਰਮੁਖ ਹਰਿ ਗਿਆਨ। ਭਗਤ ਖਜ਼ਾਨਾ ਬਖਸ਼ਿਓਨ, ਹਰ ਨਾਮ ਨਿਧਾਨ। ਇਕ ਨਾ ਆਪ ਬੁਝਾਇਓਨ, ਗੁਰਮੁਖ ਹਰਿ ਗਿਆਨ। ਭਗਤ ਖਜ਼ਾਨਾ ਬਖਸ਼ਿਓਨ, ਹਰ ਨਾਮ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਦੀ ਅਸੀਂ
ਹਾਜ਼ਰੀ ਭਰ ਰਹੇ ਹਾਂ। ਗੁਰਬਾਣੀ ਕੀਰਤਨ ਆਪ ਸਰੋਤ ਕਰ ਰਹੇ ਸੀ। ਹੁਣ ਸਮਾਂ ਗੁਰੂ ਸ਼ਬਦ ਵਿਆਖਿਆ ਦਾ ਹੈ। ਸੂਹੀ ਕੀ ਵਾਰ ਗੁਰੂ ਅਮਰਦਾਸ ਮਹਾਰਾਜ ਦੁਆਰਾ ਉਚਰਿਤ ਕੀਤੀ ਗਈ ਵਾਰ ਇਹ ਸਾਨੂੰ ਪ੍ਰਾਪਤ ਹੈ। ਇਸ ਵਿੱਚ ਆਪ ਜੀ ਨੇ 4 ਨੰਬਰ ਪੌੜੀ ਤੇ ਨਾਲ ਲੱਗਦੇ ਪਾਵਨ ਸ਼ਲੋਕ ਸਰਵਨ ਕੀਤੇ ਨੇ। 2 ਸ਼ਲੋਕ ਨੇ, ਇੱਕ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਰਿਤ ਕੀਤਾ ਹੈ, ਸੈਕਿੰਡ ਵਨ ਗੁਰੂ ਨਾਨਕ ਸਾਹਿਬ ਦੇ ਪਹਿਲੇ ਜਾਮੇ ਦਾ ਉਚਰਿਤ ਕੀਤਾ ਹੈ। ਬਚਨ ਦਾ ਆਗਾਜ਼ ਕਰ ਰਹੇ ਹਾਂ ਪਹਿਲੇ ਸ਼ਲੋਕ ਤੋਂ। ਬਿਲਕੁਲ ਜਿਸ ਖਾਸ ਕਰਕੇ ਵਿਚਾਰ ਨੂੰ, ਜਿਸ ਆਈਡੀਆ ਨੂੰ ਗੁਰੂ ਮਹਾਰਾਜ ਇਸ ਵਾਰ ਦੀ ਬੜੀ ਸ਼ੁਰੂਆਤ ਦੇ ਵਿੱਚ ਸੁਹਵੀਏ ਸੁਹਾ ਵੇਸ ਕਰੇ ਉਸ ਰੂਪ ਵਿੱਚ ਲੈ ਕੇ ਆਏ ਸੀਗੇ। ਵੇਸੀ ਸਹੁ ਨਾ ਪਾਈ ਹੈ ਕਰ ਕਰ ਵੇਸ ਰਹੀ ਵਾਲਾ ਕੌਨਸੈਪਟ, ਉਹਦੀਆਂ ਫਰਦਰ ਡਾਇਮੈਂਸ਼ਨਸ ਆ ਰਹੀਆਂ ਨੇ। ਸੋ ਇੱਥੇ ਜਿਹੜਾ ਜ਼ਿਕਰ ਆ ਰਿਹਾ ਹੈ ਫਿਰ ਦੁਬਾਰਾ ਘਰੋਗੀ ਜੀਵਨ ਵਿੱਚੋਂ, ਇਹ ਕਹਿ ਲਓ ਕਿ ਸੰਸਾਰੀ ਜੀਵਨ ਯਾਪਨ ਦੇ ਵਿੱਚ ਜੋ ਆਮ ਕਰਕੇ ਅਸੀਂ ਮੋਰਲ ਵੈਲਿਊਜ਼ ਦਾ ਨਿਗਾਰ ਦੇਖਦੇ ਹੈਗੇ ਆ, ਡਿਊ ਟੂ ਲੈਕ ਆਫ ਮੋਰਲ ਵੈਲਿਊਜ਼, ਡਿਊ ਟੂ ਲੈਕ ਆਫ ਸਮ social disciplines, and people face a lot of circumstances, people face a lot of consequences. ਸੋ ਬਾਬਾ ਜੀ ਉਸੇ ਨੂੰ ਮਿਸਾਲ ਦਿੰਦੇ ਤੇ ਫਿਰ ਸਪਿਰਿਚੁਅਲ ਸਾਈਡ ਤੋਂ ਸਾਨੂੰ ਮਤਲਬ ਸਾਡੀ ਅਪਲਿਫਟਿੰਗ ਕਰਦੇ। ਐਂਡ ਆਈ ਵੁੱਡ ਲਾਈਕ ਟੂ ਸੇ ਅਗੇਨ, when we talk about betterment mean our social behavior betterment, our personality betterment, as well as our spiritual betterment, our actually mental health betterment. All these things go hand in hand. We cannot say actually in some area someone is better and another area someone is actually not better. That means something is lacking over there. ਸੋ ਬੈਟਰਮੈਂਟ ਦਾ ਮਾਇਨਾ ਇਹ ਹੁੰਦਾ ਹੈ ਕਿ ਐਵਰੀਥਿੰਗ ਗੋਜ਼ ਹੈਂਡ ਇਨ ਹੈਂਡ। ਸੋ ਇਹ ਸਾਰੇ ਦੇ ਵਿੱਚ ਹੀ ਡਿਵੈਲਪਮੈਂਟ ਆਉਂਦੀ ਹੈ, ਸਾਰੇ ਦੇ ਵਿੱਚ ਹੀ ਸੁਧਾਰ ਆਉਂਦਾ ਹੈਗਾ, ਸਾਰੇ ਦੇ ਵਿੱਚ ਹੀ ਬੰਦੇ ਦੇ ਕਰੈਕਸ਼ਨਸ ਹੁੰਦੀਆਂ ਨੇ, ਜੀਵਨ ਦੇ ਵਿੱਚ ਕਰੈਕਟਨੈਸ ਆਉਂਦੀ ਹੈ, ਉਹਦੇ 'ਚ ਚੜ੍ਹਦੀ ਕਲਾ ਆਉਂਦੀ, ਉਹਦੇ 'ਚ ਇਹ ਚੀਜ਼ਾਂ ਆਉਂਦੀਆਂ। ਖੈਰ ਜਿਹੜਾ ਬਚਨ ਪ੍ਰਾਰੰਭ ਹੋਣ ਲੱਗਾ ਹੈਗਾ, ਗੁਰੂ ਬਾਬਾ ਜੀ ਬਿਆਨ ਕਰਦੇ ਨੇ ਕਿ ਸ਼ਲੋਕ ਮਹੱਲਾ ਤੀਜਾ, ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਜੀਵਾਤਮਾ ਦੇ ਉੱਤੇ ਸਿੱਧੀ ਗੱਲ ਕਹੀ ਗਈ ਹੈ, ਜੋ ਪ੍ਰਭ ਛੋੜ, ਪ੍ਰਭੂ ਨੂੰ ਛੱਡ ਦੇ, ਪਰ ਪੁਰਖ ਧਰੇ ਪਿਆਰ। ਹੁਣ ਪਰ ਪੁਰਖ ਧਰੇ ਪਿਆਰ ਮੌਲਿਕ ਰੂਪ ਦੇ ਵਿੱਚ ਜੋ ਧਰਮ ਆ, ਮੈਂ ਪਹਿਲਾਂ ਬੇਨਤੀ ਕੀਤੀ, ਬੰਦੇ ਦੀ ਬੈਟਰਮੈਂਟ ਵਾਸਤੇ ਸਭ ਤੋਂ ਆਈਡੀਅਲ ਟੂਲ ਆ, ਸਮੁੱਚੀ ਉਹਦੀ ਡਿਵੈਲਪਮੈਂਟ ਵਾਸਤੇ। ਪਰ ਜਦੋਂ ਆਪਾਂ ਧਾਰਮਿਕ ਦੁਨੀਆ ਵਿੱਚ ਹੀ ਦੇਖਦੇ ਹਾਂ ਤਾਂ ਪਤਾ ਇਹ ਲੱਗਦਾ ਹੈ ਕਿ ਇੱਥੇ ਹਿਪੋਕ੍ਰੇਸੀ, ਇੱਥੇ ਇਲਿਟਰੇਸ਼ਨ, ਇੱਥੇ ਸਮ ਕਾਈਂਡ ਆਫ ਸੁਪਰਫਿਸ਼ੀਅਲ understanding, superstitious believing system, all these hurdles actually play their roles, and due to these hurdles people are not able to get the benefit from religion institution. This is the main actually ਜਿਹੜਾ ਸਭ ਤੋਂ ਵੱਡਾ ਕਨਸੈਪਟ ਇਹ ਆਉਂਦਾ ਹੈਗਾ। ਇਹਦੇ ਲਈ ਉਹ ਦੂਜਿਆਂ ਵਾਸਤੇ ਤੇ ਆਪਣੇ ਲਈ ਤੇ ਨੋ ਡਾਊਟ ਉਹਨੂੰ ਨੁਕਸਾਨ ਸਹੇੜ ਰਹੇ ਨੇ, ਦੂਜਿਆਂ ਵਾਸਤੇ ਵੀ ਮਿਸਾਲ ਬਣ ਰਹੇ ਨੇ ਵੀ ਭਾਈ ਧਰਮ ਕੁਛ ਨਹੀਂ ਹੈਗਾ, ਇਹ ਚੀਜ਼ਾਂ ਇਸ ਕਿਸਮ ਦੀਆਂ ਇਸ ਰੂਪ ਵਿੱਚ ਆਉਂਦੀਆਂ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਉਹ ਜੀਵਾਤਮਾ ਸੂਹੈ ਵੇਸ ਕਾਮਣ ਕੁਲੱਖਣੀ, ਭਾਵੇਂ ਉਹਦਾ ਸੂਹਾ ਵੇਸ ਹੀ ਹੋਏ ਪਰ ਉਹ ਕਾਮਣੀ ਕੁਲੱਖਣੀ ਹੈ, ਉਹਦੇ ਲੱਛਣ ਨਹੀਂ ਠੀਕ ਹੈਗੇ। ਬਿਨਾਂ ਸ਼ੱਕ ਉਹ ਬੰਦਾ ਆਪਣੇ ਆਪ ਦੇ ਵਿੱਚ ਧਰਮੀ ਹੋਣ ਦਾ ਦਾਅਵਾ ਹੀ ਕਰਦਾ ਆ। ਮੇਰੇ ਇੱਥੇ ਬੜੇ ਪਿਆਰੇ ਸੱਜਣ ਨੇ, ਉਹਨਾਂ ਬਾਤ ਸੁਣਾਈ, ਇੱਕ ਘਰੋਗੀ ਜੀਵਨ 'ਚ ਐਗਜ਼ਾਮਪਲ ਦੇ ਰਿਹਾ। ਉਹ ਕਹਿੰਦੇ ਕਿ ਗੱਲ ਇਹ ਹੈ ਕਿ ਉਹਨਾਂ ਦਾ ਆਪਣਾ ਕੋਈ ਸੱਜਣ ਹੋਰ ਬਿਲਕੁਲ ਸਾਬਤ ਸੂਰਤ ਹੈ, ਚਟਾ ਝੂਠ ਕਹਿ ਲਓ, ਮੈਂ ਇਸ ਤਰੀਕੇ ਨਾਲ ਕਈ ਵਾਰ ਲਫ਼ਜ਼ ਯੂਜ਼ ਕਰਦਾ। ਸਮਟਾਈਮ ਸਮ ਸੱਜਣ ਸੇਜ਼ ਭਾਈ ਸਾਹਿਬ ਜਸਟ ਤਿਆਰ ਬਰ ਤਿਆਰ ਕਿਆ ਕਰੋ, ਠੀਕ ਹੈ, ਲੈਂਗੁਏਜ ਦੇ ਵਰਡਸ ਨੇ, ਬਟ ਇਹ ਵੀ ਹੈ ਕਿ ਬੰਦਾ ਪੂਰੀ ਤਰ੍ਹਾਂ ਉਸ ਰੂਪ ਦੇ 'ਚ। ਖੈਰ
ਉਹ ਕਿਸੇ ਸ਼ੌਪ ਤੋਂ ਕਾਰ ਗਰਾਜ ਤੋਂ ਆਪਣੀ ਕੁਝ ਕਾਰ ਦਾ ਕੁਝ ਮਕੈਨੀਕਲ ਵਰਕ ਕਰਵਾਇਆ, ਠੀਕ ਹੈ ਜੀ। ਦੋਨਾਂ ਪਾਰਟੀਜ਼ ਦੇ ਵਿੱਚ ਕਿਸੇ ਚੀਜ਼ ਦੇ ਉੱਤੇ ਨਾ ਸਮਝੀ ਬਣ ਗਈ, ਮਿਸਅੰਡਰਸਟੈਂਡਿੰਗ। ਉਸਨੇ ਕਿਹਾ ਕਿ ਤੂੰ ਆ ਕੰਮ ਕਰਨਾ ਹੈ, ਉਹਨੇ ਸੋਚਿਆ ਸ਼ਾਇਦ ਇਸਨੇ ਐਕਸਟਰਾ ਕੰਮ ਕਰਨ ਵਾਸਤੇ ਕਿਹਾ ਹੈ, ਉਹਨੇ ਐਕਸਟਰਾ ਕੰਮ ਕਰ ਦਿੱਤਾ। ਤੇ ਡਿਊ ਟੂ ਦੈਟ ਰੀਜ਼ਨ there was some sort of actually difference in the final bill. The owner of that garage was saying you have to pay, mechanic was saying you have to pay that much amount. The owner of car was saying no, I cannot pay because that was not in our agreement. चलो जी, खैर कुछ बात उखड़ गई। वो गड्डी लैके चला गया। कुछ दिन बाद ਉਹਦੀ ਇੱਕ ਦੋਰੀ ਕਾਲ ਆਈ ਵੀ ਭਾਈ ਗੱਲ ਇਹ ਹੈ ਉਸ ਦਿਨ ਤੇ ਤੂੰ ਛੱਡ ਗਿਆ, ਚਲਾ ਗਿਆ, ਪਰ ਉਹ ਆਪਣਾ ਅਮਾਊਂਟ ਅਜੇ ਰਹਿੰਦਾ ਆ। ਖੈਰ ਉਹ ਕਹਿੰਦੇ ਕਿ ਉਹ ਮੇਰਾ ਵੀ ਜਾਣਕਾਰ ਸੀਗਾ, ਉਹ ਗਰਾਜ ਮਕੈਨਿਕ। ਤੇ ਉਹ ਕਹਿੰਦੇ ਕਿ ਮੈਨੂੰ ਉਹਨੇ ਕਾਲ ਕੀਤੀ, ਮੈਨੂੰ ਕਹਿੰਦਾ ਅੱਜ ਉਹਦਾ ਨਾ ਫਸਤਾ ਵੱਢ ਕੇ ਆਈ, ਕੰਮ ਨਿਬੇੜ ਕੇ ਆਈ। ਉਹ ਕਾਲ 2-4 ਵਾਰੀ ਕੀਤੀ, ਹਾਲਾਂਕਿ ਮੈਂ ਉਹਨੂੰ ਕਿਹਾ ਨਹੀਂ ਸੀ ਕਿ ਉਹਨੇ ਕੰਮ ਕਰ ਦਿੱਤਾ ਤੇ ਹੁਣ ਮੈਨੂੰ ਪੇ ਕਰਨਾ ਪੈਣਾ। ਦੈਟ ਵਾਜ਼ ਹਿਜ਼ ਐਕਸਕਿਊਜ਼। ਖੈਰ ਉਹ ਕਹਿੰਦੇ ਦੋਨੋਂ ਚਲੇ ਗਏ। ਜਾ ਕੇ ਉੱਥੇ ਗੱਲ ਕਰਨ ਲੱਗੇ ਐਂਡ both people actually lose their temper, and when they lose their temper, definitely situation was very high and they were arguing with each other and saying some words or few things which should not be actually happening over there, but I was witnessing that. खैर वो कहते काम एक्सटेंड ਤੇ ਆ ਗਿਆ ਕਿ ਮੈਂ ਵੀ ਸਾਬਤ ਸੂਰਤ ਆ। ਮੇਰਾ ਜਿਹੜਾ ਕਾਰ ਡਰਾਈਵ ਕਰਾ ਕੇ ਲੈ ਕੇ ਗਿਆ ਮੈਨੂੰ ਕਾਰ ਓਨਰ, ਉਹ ਵੀ ਉਸ ਤਰੀਕੇ ਦਾ ਹੈ। ਜਿਹੜਾ ਗਰਾਜ ਮਕੈਨਿਕ ਆ ਉਹ ਹੈ ਸਿੱਖੀ ਪਰਿਵਾਰ ਵਿੱਚੋਂ ਆਇਆ ਹੋਇਆ, ਬਟ ਨੋਟ ਪ੍ਰੈਕਟਿਸਿੰਗ ਸਿੱਖ। ਖੈਰ ਕਹਿੰਦੇ ਗੱਲ ਇਹ ਹੋਈ ਕਿ ਉਹ ਜਿਹੜਾ ਮੈਨੂੰ ਲੈ ਕੇ ਗਿਆ ਮੇਰਾ ਮਿੱਤਰ, ਉਹ ਇੱਕ ਲੈਵਲ 'ਤੇ ਆ ਗਿਆ। ਉਹ ਕਹਿੰਦਾ ਗੱਲ ਸੁਣ, ਜੇ ਤੂੰ ਇੱਕ ਵਰਡ ਹੋਰ ਕਿਹਾ ਨਾ ਤੇ ਤੈਨੂੰ ਸੋਧਾ ਲਾ ਦਿਆਂਗੇ। When he used this terminology, then car mechanic actually take a step back, and then he said, ਭਾਜੀ ਕੋਈ ਗੱਲ ਨਹੀਂ, ਤੁਸੀਂ ਅਮਾਊਂਟ ਤੇ ਤੁਹਾਨੂੰ ਪੇ ਕਰਨਾ ਪੈਣਾ, ਜੋ ਕਿ ਆਪਾਂ ਉਹਦੇ 'ਤੇ ਐਵੇਂ ਨਹੀਂ ਹੋ ਸਕਦਾ। ਪਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ, I cannot take it। ਕਿਉਂ? ਕਿਉਂਕਿ ਕਾਰਨ ਇਹ ਹੈਗਾ ਸੌਦਾ ਲਾਉਣ ਵਾਲੇ ਹੋਰ ਹੀ ਹੁੰਦੇ ਨੇ, ਕੋਈ ਇਸ ਤਰ੍ਹਾਂ ਦੇ ਨਹੀਂ ਹੁੰਦੇ ਜਿਹੜੇ ਤੁਸੀਂ ਹੈਗੇ ਹੋ। ਜਿਹਨੂੰ ਸੌਦਾ ਲਾਣਾ ਉਦੋਂ ਤੇ ਲੱਗਿਆ ਨਹੀਂ ਤੁਹਾਡੇ ਤੋਂ, ਗੁੱਸਾ ਤੇ ਝੜ ਕੇ ਪੈ ਰਿਹਾ। ਮੇਰੇ ਵਰਗਾ ਬੰਦਾ ਗੁੱਸਾ ਕਰੇ, ਇਟਸ ਨੋਟ ਐਕਸੈਪਟੇਬਲ ਸਟਿਲ, ਬਟ ਪੀਪਲ ਕੈਨ ਐਕਚੁਅਲੀ ਜਸਟੀਫਾਈ ਸਮਹਾਉ। ਬਟ ਪਰਸਨ ਲਾਈਕ ਯੂ, ਉਹ ਕਹਿੰਦੇ ਓ ਮਾਈ ਗੁੱਡਨੈਸ। ਜਿਹੜੇ ਵੀਰ ਜੀ ਮੈਨੂੰ ਬਾਤ ਦੱਸਦੇ, ਕਹਿੰਦਾ ਆਈ ਵਾਜ਼ ਸਟੰਟ, ਆਈ ਵਾਜ਼ ਥਿੰਕਿੰਗ ਓ ਮਾਈ ਗॉश ਵਾਟ ਅ ਬੋਲਡ ਸਟੇਟਮੈਂਟ ਹੀ ਹੈਜ਼ ਡਨ, ਐਂਡ ਇਟਸ ਵੈਰੀ ਟਰੂ ਦੈਟ ਜਿਹੜੀ ਜਿਸ ਚੀਜ਼ ਦਾ ਵੇਸ ਕਰ ਲਿਆ ਉਹ ਗੁਣ ਵੀ ਨਾਲ ਹੀ ਆ ਜਾਣੇ ਚਾਹੀਦੇ ਨੇ। ਇਹ ਬਹੁਤ ਜ਼ਰੂਰੀ ਚੀਜ਼ ਆ। ਇੱਕ ਰੰਗ ਹੋਰ ਇਹਦੇ ਨਾਲ ਐਡ ਕਰ ਦੇਣਾ, ਕਿਉਂਕਿ ਆਪਾਂ ਉਸ ਦਿਨ ਬੜੀ ਡਿਟੇਲ 'ਚ ਬਹੁਤ ਸਾਰੇ ਬਚਨ ਵਿਚਾਰੇ ਸੀ। ਮੈਨੂੰ ਯਾਦ ਪੈਂਦਾ ਜਦੋਂ ਆਪਾਂ ਸ਼ੁਰੂਆਤ ਕੀਤੀ ਸੀਗੀ ਕਿ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦੀ ਸਹਿ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰ ਸੂਹਾ ਹੈ ਅੰਦਰ ਹਨੇਰਾ ਹੈ। ਮਿਸਮੈਚ ਹੋ ਗਿਆ, ਮਿਸਮੈਚ ਨਹੀਂ ਹੋਣਾ ਚਾਹੀਦਾ। ਇਹ ਤੇ ਹੈ ਬੰਦਾ ਸਜਾਤ ਹੋ ਜਾਏ ਦੋਨਾਂ ਰੂਪਾਂ ਦੇ ਵਿੱਚ। ਖੈਰ ਸਾਡੇ ਬੜੇ ਦਾਨਸ਼ਮੰਦ ਲਿਖਾਰੀ ਨੇ, ਉਹਨਾਂ ਨੇ ਇੱਕ ਬਾਤ ਲਿਖੀ ਬੜੇ ਕਮਾਲ ਦੀ। ਉਹ ਕਹਿੰਦੇ ਕਿ ਜਿਵੇਂ ਭਾਰਤੀ ਖਿੱਤੇ ਤੁਸੀਂ ਦੇਖਿਆ ਹੋਣਾ, ਸ਼ਹਿਰਾਂ ਪਿੰਡਾਂ ਦੇ ਵਿੱਚ ਵਸੋਂ ਵਸਤੀ ਜਾਂਦੀ, ਆਬਾਦੀ ਜ਼ਿਆਦਾ ਆ, ਰਿਸੋਰਸਿਸ ਘੱਟ ਨੇ, ਜ਼ਮੀਨ ਵੀ ਘੱਟ ਹੈ ਪਿੰਡਾਂ ਦੇ ਵਿੱਚ। ਸ਼ਹਿਰਾਂ ਦੇ ਚਾਮ ਕਰਕੇ ਬੜਾ ਸੌੜਾ ਹੋਈ ਜਾਂਦਾ ਸਭ ਕੁਛ, ਕੰਜਕਸਟ। ਤੇ ਕਹਿੰਦੇ ਗੰਦੀ ਨਾਲੀ ਹੈ, ਵੱਡੀ ਸਾਰੀ ਨਾਲਾ ਕਹਿ ਲਓ, ਤੇ ਉਹਦੇ ਕਿਨਾਰੇ 'ਤੇ ਇੱਕ ਸ਼ਰਾਬੀ ਬੰਦਾ ਤੁਰਿਆ ਹੁੰਦਾ, ਥੋੜ੍ਹੀ ਸਲਿਪਰੀ ਵੀ ਹੈ। ਤੇ ਉਹ ਕਿਉਂਕਿ ਉਹ ਹੀ ਇਜ਼ not able to actually control his body properly due to the alcohol impact, and
His feet are slipping here and there. ਉਹ ਕਹਿੰਦੇ ਜਦੋਂ ਉਹਨੇ ਸਾਹਮਣੇ ਇੱਕ ਫਕੀਰ ਬੰਦਾ ਆ ਰਿਹਾ, ਧਾਰਮਿਕ ਬੰਦਾ, ਉਹ ਫਕੀਰ ਬੰਦੇ ਨੇ ਦੇਖਿਆ, ਉਹਨੇ ਕਿਹਾ ਤੇ ਨਾਲੇ 'ਚ ਡਿੱਗਿਆ ਕਿ ਡਿੱਗਿਆ? ਉਹਨੇ ਆਵਾਜ਼ ਦਿੱਤੀ ਉੱਚੀ ਸਾਰੀ, ਓਏ ਪਿਅਕੜਾ, ਸ਼ਰਾਬੀ ਵਰਡ ਯੂਜ਼ ਕਰਦੇ ਨੇ ਕਈ ਵਾਰ ਅਸੀਂ। ਕਹਿੰਦਾ ਓਏ ਸੰਭਾਲ ਆਪਣੇ ਆਪ ਨੂੰ, ਦੇਖ ਤੇਰਾ ਪੈਰ ਨਹੀਂ ਟਿਕ ਰਿਹਾ ਸਹੀ ਤਰ੍ਹਾਂ, ਨਾਲੇ 'ਚ ਡਿੱਗ ਜਾਏਗਾ, ਸਹੀ ਤਰ੍ਹਾਂ ਤੁਰ। ਉਹ ਖੜ ਗਿਆ ਤੇ ਖੜ ਕੇ ਹੱਸ ਪਿਆ, ਹੱਸ ਕੇ ਕਹਿੰਦਾ ਹੈ ਫਕੀਰ ਸਾਹਿਬ ਮੇਰਾ ਫਿਕਰ ਨਾ ਕਰੋ, ਕੋਈ ਗੱਲ ਨਹੀਂ। ਗੱਲ ਇਹ ਹੈ ਮੈਂ ਕਿਹੜਾ ਪਹਿਲੀ ਵਾਰੀ ਡਿੱਗਣਾ, ਮੈਂ ਤਾਂ ਰੋਜ਼ ਡਿੱਗਦਾ, ਇਹਦੇ 'ਚ ਦੋ ਬੰਦੇ ਚੁੱਕ ਕੇ ਜਾਂਦੇ ਨੇ, ਇਹ ਕੋਈ ਨਵੀਂ ਗੱਲ ਥੋੜ੍ਹਾ, ਆਪਾਂ ਤਾਂ ਰੋਜ਼ ਡਿੱਗਦੇ ਹਾਂ। ਗੱਲ ਇਹ ਹੈ ਤੁਸੀਂ ਸੰਭਾਲਿਆ ਜੇ ਆਪਣੇ ਆਪ ਨੂੰ, ਕਿਉਂਕਿ ਜੋ ਤੁਹਾਡਾ ਪੈਰ ਫਿਸਲਿਆ ਤੁਸੀਂ ਨਾਲੇ 'ਚ ਡਿੱਗੇ, ਚਰਚਾ ਬੜੀ ਹੋਣੀ ਸ਼ਹਿਰ ਦੇ ਵਿੱਚ। ਆਪਣਾ ਕੀ, ਆਪਾਂ ਤਾਂ ਰੋਜ਼ ਡਿੱਗਦੇ ਹਾਂ। ਐਕਚੁਅਲੀ ਗੱਲ ਇਹ ਹੈ ਜਦੋਂ ਬੰਦਾ ਕਿਸੇ ਕਮਿਟਮੈਂਟ 'ਚ ਪੈ ਜਾਏ, ਕਿਸੇ ਕਿਸਮ ਦਾ ਵੇਸ ਲੈ ਲਵੇ, ਫਿਰ ਉਹਦੀਆਂ ਓਬਲੀਗੇਸ਼ਨਸ ਹੁੰਦੀਆਂ ਨੇ, ਫਿਰ ਉਹਦਾ ਡਿਸਿਪਲਿਨ ਹੁੰਦਾ ਆ। ਜਦੋਂ ਸੂਹਾ ਵੇਸ ਪਾ ਲਿਆ ਨਾ, ਫਿਰ ਇਹਨੂੰ ਭਗਤ ਫਰੀਦ ਜੀ ਨੇ ਕਿਹਾ ਸੀਗਾ, ਟੁੰਡੇਂਦੀ ਏ ਸੁਹਾਗ ਕੂ ਤੋਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿਨਾ ਚਾਕ ਨਾ ਹੋਰ। ਫਿਰ ਹੋਰ ਦੀ ਚਾਕ ਮੁੱਕ ਜਾਣੀ ਚਾਹੀਦੀ ਅੰਦਰੋਂ। ਅਧਿਆਤਮੀ ਤੌਰ ਤੇ ਵੀ ਦੇਖੋ, ਅਸੀਂ ਬਹੁਤ ਸਾਰੇ ਬਚਨ ਪੜ੍ਹਦੇ ਹਾਂ, ਗੁਰ ਸਤਿਗੁਰ ਕਾਜੋ ਸਿੱਖ ਅਖਾਵੈ। ਜਿਹੜਾ ਦਾਵਾ ਕਰਦਾ ਆਈ ਬਲੀਵ ਇਨ ਸਿੱਖੀ, ਆਈ ਐਮ ਗੁਰੂ ਸਾਹਿਬ ਸਿੱਖ, ਦੈਨ ਗੁਰੂ ਰਾਮਦਾਸ ਸਾਹਿਬ ਸਿੰਘ ਆਰ ਡਿਸਿਪਲਿਨ ਹੈ ਤੇਰੇ ਕੋਲ? ਸੋਚ ਕੇ ਦੇਖ। ਜੇ ਨਹੀਂ ਹੈ then stop claiming that you believe in your guru. No, you're not believing in your guru because you're not adopting this discipline. Guru Satguru ka jo sikh akhave palke uth har naam te aave. Very simple, straight forward, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜਾ ਕੇ ਗੁਰਸਿੱਖੀ ਕੀ ਹੁੰਦੀ ਹੈ, ਬਹੁਤ ਸਿੱਧੀ ਹੈ, ਸਪਸ਼ਟ ਹੈ ਬਿਲਕੁਲ। ਇੱਕ ਸਿਰਫ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਇੱਥੇ, ਇਹੋ ਜਿਹੇ ਗੁਰੂ ਸਾਹਿਬ ਵਾਰ-ਵਾਰ ਬਿਆਨ ਕਰਦੇ ਬਾਣੀ ਦੇ ਵਿੱਚ, ਜਾਂ ਹੋਰ ਰੰਗ ਲੈ ਆਓ, ਇੱਕ ਹੋਰ ਆਵਾਜ਼ਾਂ ਲੈ ਲੈ ਦੇ ਨਾਲ। ਦੇਖੋ ਕਈ ਵਾਰ ਕਿਹਾ ਜਾਂਦਾ, ਅੱਛਾ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਤੁਸੀਂ? ਹਾਂ ਭਾਈ, ਸਿੱਖ ਦਾ ਸ਼ਾਇ ਹੈ। ਸਿੱਖ ਵਾਸਤੇ ਤੇ ਕਲਗੀਧਰ ਪਾਤਸ਼ਾਹ ਨੇ ਜੋ ਆਰਡਰ ਕੀਤਾ ਉਸ ਨੂੰ ਸਾਡੇ ਰਹਿਤਨਾਮਿਆਂ ਨੇ ਕਲਮਬੱਧ ਕੀਤਾ। ਕਾਵਮਈ ਅੰਦਾਜ਼ ਦੇ ਵਿੱਚ ਅਸੀਂ ਦੋਹਰਾ ਪੜ੍ਹਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕੋਈ ਹੋਰ ਤੇ ਕਹੇ ਬਈ ਕੋਈ ਨਾ, ਬੰਦੇ ਨੂੰ ਵੀ ਮੱਥਾ ਟੇਕਿਆ ਜਾ ਸਕਦਾ ਭਾਈ, ਬੰਦੇ ਦੀ ਵੀ ਗਾਈਡੈਂਸ ਲਈ ਜਾ ਸਕਦੀ ਹੈ ਭਾਈ, ਬੰਦਾ ਵੀ ਆਗੂ ਹੋ ਸਕਦਾ ਭਾਈ, ਹਜ਼ਾਰ ਦੁਨੀਆ ਲੋਕ ਕਹੀ ਜਾਏ। ਜਦੋਂ ਕੋਈ ਇੱਕ ਸਿੱਖ ਹੋ ਗਿਆ ਨਾ ਤੇ ਉਹਨੇ ਸਿੱਧੇ ਤੌਰ ਤੇ ਕਹਿਤਾ ਭਾਈ ਨਾ, ਗੁਰੂ ਦਾ ਕੋਈ ਸਬਸਟੀਟਿਊਸ਼ਨ ਨਹੀਂ ਹੈਗਾ, ਗੁਰੂ ਦੀ ਕੋਈ ਸਬਸਟੀਟਿਊਟ ਨਹੀਂ ਕਰ ਸਕਦਾ ਗੁਰੂ ਨੂੰ, ਕੋਈ ਰਿਪਲੇਸਮੈਂਟ ਨਹੀਂ ਹੈਗੀ। ਵੈਨ ਵੀ ਆਰ ਟਾਕਿੰਗ ਅਬਾਊਟ ਗੁਰੂ, we are talking about Granth Sahib. When we are talking about Guru, we are talking about Gurbani. Clear, ਸਿੱਧਾ ਮੈਸੇਜ। ਸੋ ਇਹ ਹੈ, ਉੱਥੇ ਜਾ ਕੇ ਫਿਰ ਕੋਈ ਸੱਜੇ ਖੱਬੇ ਜਾਣ ਵਾਲਾ ਰਾਹ ਨਹੀਂ ਹੈਗਾ ਨਾ, ਸਿੱਧਾ ਲੋਇਲ ਟੂਵਰਡ ਗੁਰੂ। ਇਹ ਹੈ loyalty toward our own, you can say, ਪ੍ਰਭੂ ਹਸਬੈਂਡ ਖਸਮ ਪਰਿਪੂਰਨ, ਇਸ ਰੂਪ ਦੇ ਚ ਬਾਤ ਆ ਰਹੀ ਹੈ। ਇਹ ਗੁਰੂ ਸਾਹਿਬ ਬਿਆਨ ਕਰਦੇ, ਤੇ ਜਿਤਨਾ ਬੰਦਾ ਓਨੈਸਟ ਹੋਏਗਾ, ਜਿੰਨਾ ਦਿਆਨਤਦਾਰ ਹੋਏਗਾ, ਜਿੰਨਾ ਲੋਇਲ ਹੋਏਗਾ ਟੂਵਰਡ ਹਿਜ਼ ਔਰ ਹਰ ਓਨ ਐਕਚੁਅਲੀ ਸਕੂਲ ਆਫ ਥਾਟਸ, ਉਤਨੀ ਹੀ ਜ਼ਿਆਦਾ ਜਿਹੜੀ ਕਲੈਰਿਟੀ ਮਾਈਂਡ ਵਿੱਚ ਆਉਂਦੀ ਜਾਏਗੀ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਹੈ, ਸੂ ਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਜਿਹੜੀ ਉਸ ਪ੍ਰਭੂ ਨੂੰ ਇਸ਼ਟ ਨੂੰ ਛੱਡ ਕੇ ਪਰ ਪੁਰਖ 'ਚ ਪਿਆਰ ਪਾ ਲਵੇ, ਮਤਲਬ ਸਹੀ ਨੂੰ ਛੱਡ ਕੇ ਕਿਸੇ ਹੋਰ ਪਾਸੇ, ਇੱਕ ਪਾਸੇ ਡਿਸਲੋਇਲ ਹੋ ਜਾਏ, ਕਿਸੇ ਹੋਰ ਪਾਸੇ ਲਾਇਲਟੀ ਆਪਣੀ ਸ਼ੋਅ ਕਰਨ ਲੱਗ ਜਾਏ। ਅਗਲਾ ਬਚਨ ਲਿਖਿਆ ਸਾਹਿਬ ਨੇ ਕਿਹਾ, ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ, ਮਨਮੁਖ ਕਰਮ ਖੁਆਰ। ਉਸ ਸੀਲ ਨਾ ਸੰਜਮ, ਸੀਲ ਦਾ ਸਿੱਧਾ ਮਤਲਬ ਕਰੈਕਟਰ ਨਾਲ ਹੈ, ਉਹਦੇ 'ਚ ਉਹ ਚੀਜ਼ ਲੋ ਹੋ ਜਾਏਗੀ। ਸੰਜਮ ਇਹਦਾ ਸਿੱਧਾ ਸੰਬੰਧ ਡਿਸਿਪਲਿਨ ਨਾਲ ਹੈ, ਡਿਸਿਪਲਿਨ ਨਹੀਂ ਰਹੇਗਾ। ਜ਼ਿੰਦਗੀ ਕਿਸੇ ਅਨੁਸ਼ਾਸਨ ਵਿੱਚੋਂ ਨਿਕਲਦੀ ਹੈ, ਇਹ ਗੱਲ ਮੰਨੀ ਗਈ ਹੈ।
ਜਨਰੇਸ਼ਨਸ ਡਿਸਿਪਲਿਨ ਨੂੰ ਫੋਲੋ ਕਰਦੀਆਂ ਨੇ, ਕਿਸੇ ਲੈਵਲ ਤੇ ਡਿਸਿਪਲਿਨ ਲਿਆਉਂਦੀਆਂ ਨੇ, ਪਰਿਵਾਰਾਂ ਦੇ ਵਿੱਚ ਕਦਰਾਂ ਕੀਮਤਾਂ। ਕਿਸੇ ਇੱਕ ਜਨਰੇਸ਼ਨ ਵਿੱਚ ਲੈਕਿੰਗ ਹੋ ਜਾਏ ਨਾ, ਸਾਰਾ ਬੱਝਾ ਹੋਇਆ ਪੂਰੇ ਦਾ ਪੂਰਾ ਜਿਹੜਾ ਹੈਗਾ ਉੱਥੋਂ ਤੱਕ ਦਾ ਬ੍ਰਿਜ ਸਾਰਾ ਟੁੱਟ ਜਾਂਦਾ, ਜਿਸ ਨੂੰ ਬਾਣੀ 'ਚ ਅਸੀਂ ਇਸ ਤਰ੍ਹਾਂ ਬਿਆਨ ਕਰਦੇ ਹਾਂ ਕਿ ਗੰਢੇਂਦੇ ਹਾਂ 6 ਮਾਹ, ਟੁੱਟੇਂਦੇ ਹਾਂ ਤੁੜੇਂਦੇ ਹਾਂ ਇੱਕ ਖਿਣ। ਕਿਸੇ ਚੀਜ਼ ਨੂੰ ਗੰਢਦਿਆਂ 6-6 ਮਹੀਨੇ ਲੱਗ ਗਏ, ਟੁੱਟਣ ਲੱਗਿਆ ਇੱਕ ਪਲ ਨਹੀਂ ਲੱਗਾ। ਘੁਮਿਹਾਰ ਬਰਤਨ ਬਣਾਉਂਦਾ ਹੈ, ਕੱਚੀ ਮਿੱਟੀ ਤੋਂ ਲੱਗਦਾ ਹੈ, ਬੜੀ ਡਿਸਿਪਲਿਨ ਦੇ ਵਿੱਚ ਬਣਾ ਕੇ ਸੁਕਾਉਂਦਾ ਹੈ, ਸੁਕਾ ਕੇ ਪਕਾਉਂਦਾ ਹੈ, ਪਕਾ ਕੇ ਬਿਲਕੁਲ ਐਨ ਵਾਜਬ ਤਰੀਕੇ ਨਾਲ ਮੀਨਾਕਾਰੀ ਕਰਦਾ ਹੈ, ਸਭ ਚੀਜ਼ਾਂ। ਇੱਕ ਦਿਨ ਕੀ ਹੁੰਦਾ, ਥੋੜ੍ਹੀ ਜਿਹੀ ਲੈਕ ਆਫ ਕੇਅਰ ਕਰਕੇ, ਪ੍ਰੋਪਰ ਧਿਆਨ ਨਾ ਦੇਣ ਕਰਕੇ ਕਿਸੇ ਨੇ ਕਲਮਜੀ ਹੱਥਾਂ ਨਾਲ ਹੀ ਮਾੜਾ ਜਿਹਾ ਚੱਕੀ ਚੀਜ਼ ਛੱਡ ਦਿੱਤੀ, ਟੁੱਟ ਗਈ। ਜਿਹੜਾ ਡਿਸਿਪਲਿਨ ਹੈ ਜੀਵਨ ਦਾ, ਇਹ ਬੜਾ ਜ਼ਰੂਰੀ ਹੈ। ਜਨਰੇਸ਼ਨ ਬਾਏ ਜਨਰੇਸ਼ਨ ਚੱਲਦਾ ਹੈ, ਤਾਂ ਜਾ ਕੇ ਜਨਰੇਸ਼ਨਸ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਨੇ ਉਹ ਰਹਿੰਦੀਆਂ ਨੇ। ਜਿੱਥੇ ਮੌਕਾ ਬਣੇ ਤੇ ਬੰਦਾ ਉਸ ਮੌਕੇ ਦੇ ਵਿੱਚ, ਅੱਜ ਅਸੀਂ ਨਾਰਥ ਅਮਰੀਕਨ ਹਾਲਤ 'ਚ ਰਹਿ ਰਹੇ ਹੈਗੇ ਆ, ਆਪ ਅਹਿਸਾਸ ਕਰੋ, ਸੌਰੀ ਟੂ ਸੇ, ਮੈਂ ਮਾਫੀ ਮੰਗਾਂਗਾ ਇਸ ਬਾਬਤ। ਯੰਗ ਬੱਚੇ ਬੱਚੀਆਂ, ਯੰਗ ਬਲੱਡ ਜਿਹੜਾ ਆ, ਵਾਈ ਦੇ ਆਰ ਸੋ ਅਟਰੈਕਟਿਵ ਟੂਵਰਡ ਦਿਸ ਵਰਲਡ? One of actually main thing is because, sorry to say I'm using this word, but this is the reality what I have witnessed over here from last few years in my practice of counseling, lust. Because this is kind of open ground for them. And you know, ਇਹਦਾ ਉਦੋਂ ਨਹੀਂ ਪਤਾ ਲੱਗਦਾ ਜਦੋਂ ਬੰਦਾ ਇਸ ਪਾਸੇ ਜਾ ਰਿਹਾ ਹੈਗਾ, ਇਹਦਾ ਉਦੋਂ ਪਤਾ ਲੱਗਦਾ ਜਦੋਂ ਬੰਦਾ ਇਸ ਪਾਸੇ ਥੋੜਾ ਦੂਰ ਚਲਾ ਜਾਂਦਾ, ਦੈਨ ਰਿਅਲਾਈਜ਼ ਕਰਦਾ, ਓ ਮਾਈ ਗॉश, ਇਹ ਤੇ ਸਾਰੇ ਦਾ ਸਭ ਜੀਵਨ ਹੀ ਬਰਬਾਦ ਹੋ ਗਿਆ। ਮਹਾਰਾਜ ਬਿਆਨ ਕਰਦੇ ਇਸ ਰੂਪ ਦੇ ਵਿੱਚ ਬੰਦੇ ਦੇ ਜੀਵਨ 'ਚ ਸੀਲ ਚਲਾ ਗਿਆ, ਬੰਦੇ ਦੇ ਜੀਵਨ 'ਚ ਸੰਜਮ ਚਲਾ ਗਿਆ। ਬਚਨ ਹੈ ਆ, ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ। ਝੂਠ ਬੋਲਣਾ ਕੂੜ ਹੈ, ਹੁਣ ਸਭ ਨੇ ਕੂੜ ਬੋਲ ਮੁਰਦਾਰ ਖਾਏ। ਹੁਣ ਝੂਠ, ਇਹਦਾ ਜਿਹੜਾ ਅਸਰ ਆ, ਬੰਦੇ ਦੀ ਜਿਹੜੀ ਇੰਟੈਗ੍ਰਿਟੀ ਹੈ, ਇਸ ਨੂੰ ਉਹ ਗਰੋ ਨਹੀਂ ਹੋਣ ਦਿੰਦਾ। ਤੇ ਜਦੋਂ ਬੰਦੇ 'ਚ ਇਹ ਚੀਜ਼ ਗਰੋ ਨਹੀਂ ਹੁੰਦੀ, ਤੇ ਬੰਦੇ ਦੇ ਅੰਦਰ ਜਿਹੜਾ ਸੈਲਫ ਕੌਨਫੀਡੈਂਸ ਆ ਕਿਸੇ ਵੀ ਚੀਜ਼ ਵਾਸਤੇ, ਇਹ ਕਿਉਂਕਿ ਇੰਟੈਗ੍ਰਿਟੀ ਇਜ਼ ਦਾ seed and the outcome is confidence. When one is lying again and again for anything, then definitely prize ये होएगी कि एक level ऐसा आएगा, अपना self confidence lose हो जाएगा, आत्मविश्वास खत्म हो जाएगा, अंदरों खीण होनी शुरू हो जाएगी। आ की कह रहा मैं, आ की बोल रहा, आ की दस रहा है। आज इस रूप की चीज़ां आउंदियां। गुरु बाबा जी बचाउंदे सानू इस तों, कहंदे कूड़ तो बच झूठ है, इस करके बयान किया। सब कहंदे उस सील ना संजम सदा झूठ बोला, मनमुख कर्म खुआर। ये सब कर रहा बंदा, कोई धर्म कर्म भी करन लग जाए, ਉਹਦੇ ਵਿੱਚ ਫਿਰ ਖੁਆਰੀ ਹੈ, ਉਹਦੇ 'ਚ ਫਿਰ ਇੱਕ ਲੈਵਲ ਆਉਂਦਾ ਕਿ ਹਾਂ ਇਹ ਮਾਫੀ ਚਾਹਾਂਗਾ ਬੱਚਿਆਂ ਨੂੰ ਸਮਝਾਉਣਾ ਅਕਸਰ ਕਈ ਵਾਰੀ, ਟਾਈਮ ਟੂ ਟਾਈਮ ਦੇਰ ਆਰ ਸਮ ਪੀਰੀਅਡਸ ਵੀ ਐਕਚੁਅਲੀ slip somewhere, we go somewhere like that, and after that, and it's also age factor too, but once we realize no one is perfect in this world, Prabhani says ek cheez chete rakhi, ਔਗਣਾ ਨੂੰ ਧੋਣ ਦੇ ਦੋ ਹੀ ਤਰੀਕੇ ਨੇ। ਪਹਿਲਾ ਤੇ ਤਰੀਕਾ ਹੈਗਾ ਪਛਤਾਵਾ, ਬੰਦਾ ਰਿਮੋਰਸਫੁਲ ਹੋਵੇ। ਨੰਬਰ 2, ਸਹੀ ਸੰਗਤ, ਸਹੀ ਵਿਚਾਰ, ਸਹੀ ਖਿਆਲ ਤੇ ਗੁਰੂ ਦਾ ਰਾਹ। ਇਸ ਰੂਪ ਦੇ ਵਿੱਚ ਸਾਡੇ ਘਰ ਤੇ ਮੁਆਫੀ ਦੀ ਬੜੀ ਵੱਡੀ ਗੁੰਜਾਇਸ਼ ਹੈ। ਮਾਫ ਕਰਨ ਦਾ ਸੁਭਾਅ ਹੈ ਗੁਰੂ ਦਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸੁਆਮੀ ਸੰਦਾ, ਉਹਦਾ ਸੰਦੜਾ ਸੁਭਾਅ ਆ। ਜਿਹੜਾ ਸ਼ਰਨ ਆਇਆ ਉਹਨੂੰ ਕੰਠ ਲਾ ਲਿਆ, ਗੱਲ ਲਾ ਲਿਆ, ਵੀ ਠੀਕ ਹੈ। ਇਸ ਰੂਪ ਦੇ ਵਿੱਚ ਗੁਰੂ ਬਾਬਾ ਜੀ ਨੇ ਬਿਆਨ ਕੀਤਾ
कि ये चीज़ है। जे बंदा इस चीज़ को रियलाइज़ भी ना करे तो फिर एक अजीब तरह की हालत फिर सब कहते फिर खुआरी है। पर हकीकत ये है, फिर दोहरे ते आए ने आप जो पढ़ रहे थे भी एक दिन ऐसा भी आएगा, खुआर होए सब मिलेंगे, बचे शरण जो होए, बचाएगी शरण ही। पर जे खुआरी भी है तो एक दिन वो भी नजिठी जाएगी, और पॉसिबिलिटी है वो। पर यह सारे दे है बंदा अपने आप को गुरु दसे राह के उत्ते तोरे। अगला बचन साहब ने कहा, जिस पूरब होवे लिखिया तिस सतगुर मिलै पतार। जिस पूरब होवे लिखिया, कोई पुरबला संस्कार अंदर जोर पा जाए। चीज़ां होंदियां आप देखोगे, इवन जे इफ वी गो थ्रू विथ सम सॉर्ट ऑफ मिसटेक्स, आप नॉर्थ अमेरिका की गल करिए, आप इत्थे तुहानूं पोलीटिकल लीडरशिप च आप लै आउने आ, क्योंकि रिलीजियस लीडरशिप इत्थे बहुती है नहीं गी। उसदा रीज़न यह है क्योंकि जिहड़ा वैसटर्न वर्ल्ड दे विच रिलीजियस अप्रोच आ वो बड़ी ग्रे पार्ट च रही है हमेशा, वो क्लैरिटी नहीं रही बहुत ज़्यादा। सोशल लैवल ते कुछ मूवमेंट्स वगैरह इस किस्म दियां बिल्ड होईयां, पर वो बाद पोलीटिकल हो गई। जिवें असी किंग मार्टिन लूथर की गल करते हैगे आ, या अब्राहम लिंकन दे अपने समय की कुछ गल करते हैं। सो इस किस्म दी चीज़ां जिहड़ियां आईयां। पर जो असी पोलीटिकल लीडरशिप देखते हैं तो जिवें तुसीं किसी चीज़ नूं किसी नूं भी ले लो, बराक ओबामा नूं लै लवो, क्या कमाल का स्पीकर आ, क्या कमाल का उसदा कैलीबर है, बड़ा उन्होंने कहते हैं कि बड़ा जिहड़ा हैगा लीडर ऐसा है जिहदे विच एक करिज्मैटिक एबिलिटी हैगी है। पर आपने देखा होएगा कि जो मिसटेक हुई तो की हुई कि प्लेजरिज्म दे विच चार्ज होया, नकल मारन विच पेपर के टमे च। ये पॉसिबिलिटी है, ये समाजां संसार दे विच रहिंदियां होइयां चीज़ां हुंदियां। पर इत्थे साहब कहंदे, या आपां लिटरेचर च पढ़ते हैं, बंदे ने गलती की, ਉਹਦੇ ਤੋਂ ਸਿੱਖਿਆ, ਬਾਹਰ ਆ ਗਿਆ। ਬੰਦੇ ਨੇ ਗਲਤੀ ਕੀਤੀ, ਸਿੱਖਿਆ ਨਹੀਂ, ਦੁਹਰਾ ਦਿੱਤੀ, ਸਿੱਖਿਆ ਨਹੀਂ, ਦੁਹਰਾ ਦਿੱਤੀ, ਅਲਟੀਮੇਟਲੀ ਕੀ ਹੋ ਗਿਆ, ਸੁਭਾਅ ਬਣ ਗਿਆ। ਜਿਹਨੂੰ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਕਿਰਤ ਕਰਮ ਕੇ ਵਿਛੁੜੇ, ਬੰਦੇ ਦੀ ਕਿਰਤ ਬਣ ਗਈ, ਕਸਬ ਬਣ ਗਿਆ, ਸੁਭਾਅ ਬਣ ਗਿਆ। ਹੁਣ ਸੁਭਾਅ ਜਿਹੜਾ ਆ ਸੁਭਾਵਕ ਮਿਸਟੇਕਸ ਹੋ ਜਾਣੀਆਂ ਫਿਰ ਉਸ ਲੈਵਲ ਤੇ। दैट इज़ अनएक्सैप्टेबल। ये चीज़ जी है फिर बंदे नूं बिल्कुल उस लैवल ते लै आउंदी। इत्थे साहब ने बयान किया कि जदों किते ये बात बनती है कि महाराज जिस पूर्व होवे लिखिया, कोई पुरबला संस्कार जोर पाए अंदर, गलती हुई, अंदरों जहनी तौर पर आवाज़ आई, उस आवाज़ ने क्या, सॉरी टू से, आई वुड लाइक टू से वन मोर टाइम, when people say someone lies, that we never lie toward others. Very first thing is we try to lie our own selves. बंदा अपने इंटलैक्ट नूं झूठ बोलता है, अपने माइंड नूं झूठ बोलता है, अपने गट्स नूं झूठ बोलता है, अपनी होल जिहड़ी उहदी परसनैलिटी है, होल जिहड़ा उहदा बॉडी या स्ट्रक्चर इहनूं झूठ बोलता। ये जिहड़ी चीज़ आ ये मारदी बंदे नूं। जे मैं अपने आप नाल ही ऑनेस्ट नहीं हैगा, एक रंग होर लै लेना। आपां चीज़ां नूं देखीए, तुहाडी बॉडी तुहानूं कोई दसदी है। एक्चुअली अज दी दुनिया दे विच जिहड़ा बीमारियां दे नाल साडी वाबस्तगी इन्नी ज़्यादा हो गई है, ये बाबत जे आपां स्पिरिचुअल वर्ल्ड का लिटरेचर देखते हैं तो कहता है कि एक पासे तुसीं देखोगे एक टाइम सीगा लोकां नूं कोई एक अद्धी कोई जड़ी बूटी कोई बट्टी लभनी होए तो किन्ना किन्ना ट्रैवल करना पैंदा सी, कित्थे कित्थे जाके कोई हकीम कोई हबीब मिलेगा, उहदे कोल कुछ मिलेगा। अज तुसीं देखो पूरे एड्डियां जिड्डी वड्डी साडे गुरुद्वारा साहब दी बिल्डिंगां, एड्डियां बिल्डिंगां, इदों भी वड्डियां बिल्डिंगां मैडिसन नाल भरियां पईयां ने, ओपनली 24/7 खुले ने स्टोर्स।
पूरे दे पूरे ड्रग मार्ट बने ने, ड्रग स्टोर बने ने, फार्मेसीज बणियां ने इस लैवल ते। जिन्नियां वड्डियां बिल्डिंगां दवाइयां नाल भरियां पईयां ने, उस तो किते वध के लोकां दी जिंदगी बीमारियां नाल भरी पई है। क्या मिसमैच है सोसाइटी का। जिहड़ा मॉडल अडॉप्ट किया है, कोई कमी नहीं, हर मर्ज की दवाई पई है, तो सच्चाई ये है नवी तो नवी बीमारी है। दोनों इस तरीके पैरेलल चल रही हैं। ਇਹਦਾ रीजन ये है बिकॉज जो लोग ਇਹਦੇ ਨਾਲ दो चार हो रहे ने, they are not able to understand what's happening to me. They go to the experts which are actually people coming from outside world. ਉਹਨਾਂ ਨੂੰ ਜਾ ਕੇ ਆਪਣੇ ਸਾਈਨ ਸਿੰਪਟਮਸ ਦੱਸਦੇ ਨੇ, ਉਹਦੇ ਅਕੋਰਡਿੰਗਲੀ ਉਹ ਗੈਸ ਕਰਦੇ ਨੇ, ਡਾਰਕ ਹੰਟਿੰਗ ਹੋ ਰਹੀ ਹੈ। ਉਹ ਕਹਿੰਦੇ ਕੋਈ ਨਾ, ਅੱਛਾ ਤੇਰੇ ਸਾਈਨ ਸਿੰਪਟਮਸ ਇਹ ਦੱਸ ਦੇਣ, ਅੱਛਾ ਇਹ ਪ੍ਰੋਬਲਮ ਹੋਏਗੀ ਤੈਨੂੰ, ਆ ਤੈਨੂੰ ਪ੍ਰਿਸਕ੍ਰਾਈਬ ਕਰਦਾ, ਟੇਕ ਇਟ। ਬਾਅਦ 'ਚ ਪਤਾ ਲੱਗਦਾ ਕੈਮੀਕਲ ਗਲਤ ਚਲੇ ਗਏ ਅੰਦਰ, ਨਾਓ ਸਾਈਡ ਇਫੈਕਟਸ ਐਕਚੁਅਲੀ ਹੈਪਨਿੰਗ ਐਂਡ ਇਸ਼ੂਜ਼ ਸਟਿਲ ਦੇਅਰ। ਇਹ ਇਸ਼ੂ ਬਣ ਗਿਆ ਬਿਕੋਜ਼ ਵੀ ਆਰ ਨੋਟ ਏਬਲ ਟੂ ਲਿਸਨ ਆਵਰ ਓਨ ਸੈਲਸ। ਸਾਡਾ ਆ ਕੀ ਕਹਿ ਰਿਹਾ ਸਟਰਕਚਰ, ਸਾਨੂੰ ਸਾਡਾ ਮਾइंड ਕੀ ਕਹਿ ਰਿਹਾ, ਸਾਡੀ ਗਟ ਫੀਲਿੰਗ ਕੀ ਕਹਿ ਰਹੀ ਹੈ, ਸਾਡਾ ਅੰਦਰ ਦਾ ਸਾਡੇ ਇਮੋਸ਼ਨਸ ਕੀ ਕਹਿ ਰਹੇ ਨੇ ਸਾਨੂੰ। स्पिरिचुअलिटी ਨੂੰ ਅੰਡਰਸਟੈਂਡ ਕਰੋ। स्पिरिचुअलिटी teaches us how to talk to our own selves. ਬਾਬਾ ਜੀ ਸਿੰਘ ਹੇਅਰ, ਬਾਬਾ ਜੀ ਨੇ ਬੜਾ ਸਿੱਧਾ ਕਿਹਾ, ਜਿਸ ਪੂਰਬ ਹੋਵੇ ਲਿਖਿਆ। ਕੋਈ ਪੁਰਬਲਾ ਸੰਸਕਾਰ ਜ਼ੋਰ ਪਾਉਂਦਾ ਹੈ, ਅੰਦਰੋਂ ਆਵਾਜ਼ ਆਉਂਦੀ ਹੈ, ਬੰਦਾ ਆਵਾਜ਼ ਸੁਣ ਸਕਦਾ। ਯੈਸ ਮਾਈ ਗਟ ਇਜ਼ ਸੇਇੰਗ ਸਮਥਿੰਗ ਟੂ ਮੀ। ਉਹ ਜਿਹੜੀ ਚੀਜ਼ ਆ, ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਤਾਰ, ਉਹ ਕਹਿੰਦਾ ਮੈਨੂੰ ਲੋੜ ਹੈ, ਮੈਨੂੰ ਲੋੜ ਕੀਤੀ, ਮੈਨੂੰ ਲੋੜ ਹੈ ਸੱਚੇ ਗਾਈਡ ਦੀ, ਸੱਚੇ ਮਾਸਟਰ ਦੀ। ਐਂਡ ਦੈਟ ਮਾਸਟਰ ਇਜ਼ ਗੁਰੂ। ਲੈਟਸ ਫੋਲੋ ਦ ਗੁਰੂਜ਼ ਪਾਥ। ਸੂਹਾ ਵੇ ਸਭ ਉਤਾਰ ਤਰੇ, ਗਲ ਪਹਿਰੇ ਖਿਮਾ ਸ਼ਿੰਗਾਰ। ਫਿਰ ਇੱਕ ਵੇਸ ਉਤਾਰ ਦਿੱਤਾ, ਹਾਂ ਸ਼ਿੰਗਾਰ ਕੀਤਾ, ਹੁਣ ਕੀ ਹੈ ਖਿਮਾ ਸ਼ਿੰਗਾਰ। ਸਿੱਖੀ टोटली एक डिवोशन भी है, पर एक डेडिकेशन भी है टूवर्ड आवर मास्टर, टूवर्ड आवर गुरु, जिहदियां टीचिंग्स नूं असीं 100% डेडिकेशन नाल फॉलो करन वास्ते तैयार होने। साहिब महाराज इत्थे बयान करदे, उस शिंगार नूं फिर बंदा अपने जीवन का आधार बनाउंदा है। बचन अगे चल रहा है, विल कीप ऑन डिस्कसिंग इट एट प्रेजेंट। Time is it's over, so I have to stop here. Thank you very much to listen, to participate, to grab the message of Guru Sahib. ਇੰਨੀਆਂ ਬਿੰਤੀਆਂ ਨਾਲ ਮੈਂ ਖਿਮਾ ਚਾਹਾਂਗਾ ਤੁਹਾਡੇ ਤੋਂ। ਕਿਰਸਾਨੀ ਨਾਲ ਜੂਝ ਰਹੇ ਮਾਈ ਭਾਈ ਦੀ ਚੜ੍ਹਦੀ ਕਲਾ ਹੋਏ, ਇਹਦੇ ਲਈ ਅਰਦਾਸ ਹੈ ਇੱਕ ਵਾਰੀ ਹੋਰ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।